ਹੈਲੋ ਦੋਸਤੋ, ਵੈਲਕਮ ਟੂ ਆਵਰ YouTube ਚੈਨਲ Key.05 'ਤੇ। ਉਮੀਦ ਕਰਦਾ ਤੁਸੀਂ ਸਭ ਵਧੀਆ ਹੋਗੇ। ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ETT ਕੈਡਰ 994 ਪੋਸਟਾਂ ਨਾਲ ਰਿਲੇਟਿਡ ਜੋ ਬੈਚ ਸ਼ੁਰੂ ਕੀਤਾ ਹੈ, ਉਸ ਦੇ ਹੁਣ ਮੈਥ ਸੈਕਸ਼ਨ ਦੇ ਆਪਾਂ ਇੱਕ ਚੈਪਟਰ ਹੋਰ ਲੈ ਕੇ ਆਏ ਹਾਂ, ਜਿਸ ਦਾ ਨਾਮ ਹੈ ਟ੍ਰਾਇੰਗਲ। ਠੀਕ ਹੈ, ਟ੍ਰਾਇੰਗਲ ਦੇ ਬਾਰੇ ਜੋ ਆਪਾਂ ਪਹਿਲਾਂ 2 ਵੀਡੀਓ ਅਪਲੋਡ ਕੀਤੀਆਂ ਸੀ, ਉਸ ਵਿੱਚ ਆਪਾਂ ਟ੍ਰਾਇੰਗਲ ਬਾਰੇ ਓਨਲੀ ਪੜ੍ਹਿਆ ਸੀ ਜੀ, ਕਿ ਟ੍ਰਾਇੰਗਲ ਦੇ ਬੇਸ ਬਾਰੇ। ਠੀਕ ਹੈ, ਵੀ ਟ੍ਰਾਇੰਗਲ ਕੀ ਹੈ, ਐਂਗਲ ਸਮ ਪ੍ਰੋਪਰਟੀ, ਟ੍ਰਾਇੰਗਲ ਦੀ ਸਾਈਡਸ ਹੋ ਗਈਆਂ। ਠੀਕ ਹੈ, ਮਤਲਬ ਬੇਸਿਕ ਚੀਜ਼ਾਂ ਜੋ ਬੇਸਿਕ ਕੰਸੈਪਟ ਸੀ ਟ੍ਰਾਇੰਗਲ ਦੇ, ਉਹ ਪੜ੍ਹੇ ਸੀ। ਠੀਕ ਹੈ, ਹੁਣ ਅੱਗੇ ਹੋਰ ਆਪਾਂ ਥੋੜ੍ਹਾ ਡੀਪ ਦੇ ਵਿੱਚ ਟ੍ਰਾਇੰਗਲ ਬਾਰੇ ਪੜ੍ਹਾਂਗੇ ਅੱਜ। ਸੋ ਦੋਸਤੋ, ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਠੀਕ ਹੈ, ਦੇਖੋ ਪਹਿਲਾਂ ਅੱਜ ਆਪਾਂ ਜੋ ਪੜ੍ਹਾਂਗੇ ਟ੍ਰਾਇੰਗਲ ਬਾਰੇ, ਸਿਮਿਲੈਰਿਟੀ ਆਫ ਟ੍ਰਾਇੰਗਲ। ਠੀਕ ਹੈ, ਟ੍ਰਾਇੰਗਲ ਦੀ ਸਮਾਨਤਾ। ਠੀਕ ਹੈ, ਆਪਾਂ ਇਸ ਬਾਰੇ ਪੜ੍ਹਾਂਗੇ, ਸਿਮਿਲੈਰਿਟੀ ਆਫ ਟ੍ਰਾਇੰਗਲ। ਪਹਿਲਾ ਕੰਸੈਪਟ ਇਹ ਹੈਗਾ। ਪਹਿਲਾਂ ਆਪਾਂ ਜੋ ਇਸ ਤੋਂ ਪਹਿਲਾਂ ਜੋ ਵੀਡੀਓ ਕੀਤੀ ਉਸ ਵਿੱਚ ਆਪਾਂ ਉਹਦੇ ਬੇਸ ਕੀਤੇ ਸੀ। ਠੀਕ ਹੈ, ਅੱਗੇ ਹੁਣ ਜੋ ਹੋਰ ਟ੍ਰਾਇੰਗਲ ਨਾਲ ਰਿਲੇਟਿਡ ਜੋ ਆਪਣੇ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਜਾਂ ਅੱਗੇ ਇਨ ਫਰਦਰ ਹੋਰ ਐਗਜ਼ਾਮ ਦੇ ਵਿੱਚ ਪੁੱਛੇ ਜਾਣਗੇ। ਠੀਕ ਹੈ, ਉਸ ਨਾਲ ਰਿਲੇਟਿਡ ਨਾਲ ਆਪਾਂ ਪਹਿਲਾਂ ਇਹਦਾ ਥਿਊਰੀ ਪੋਰਸ਼ਨ ਕੰਪਲੀਟ ਕਰਾਂਗੇ, ਫਿਰ ਆਪਾਂ ਇਹਦੇ ਨਾਲ ਰਿਲੇਟਿਡ ਹੋਰ ਸਮ ਕਰਾਂਗੇ। ਠੀਕ ਹੈ, ਸੋ ਦੋਸਤੋ ਸ਼ੁਰੂ ਕਰਦੇ ਹਾਂ। ਪਹਿਲਾਂ ਜੋ ਕੰਸੈਪਟ ਆਪਣਾ ਸਿਮਿਲੈਰਿਟੀ ਆਫ ਟ੍ਰਾਇੰਗਲ ਬਾਰੇ। ਠੀਕ ਹੈ, ਕੀ ਕਹਿੰਦੇ ਹਨ, ਧਿਆਨ ਨਾਲ ਪੜ੍ਹੋ, ਐਕਸਪਲੇਨ ਕਰਾਂਗੇ ਆਪਾਂ ਤੁਹਾਨੂੰ। ਠੀਕ ਹੈ, ਕੀ ਕਹਿੰਦੇ ਆ, 2 ਟ੍ਰਾਇੰਗਲਸ ਆਰ ਸਿਮਿਲਰ। ਕਹਿੰਦੇ 2 ਟ੍ਰਾਇੰਗਲ ਸਿਮਿਲਰ ਮਤਲਬ ਸਮਾਨ ਹੋਣਗੀਆਂ ਇਫ ਦੀਅਰ ਕੋਰਸਪੋਂਡਿੰਗ ਐਂਗਲਸ ਆਰ ਇਕੁਅਲ। ਠੀਕ ਹੈ, ਹੁਣ ਇੱਥੇ ਗੱਲ ਇਹ ਪੁੱਟ ਹੁੰਦੀ ਕਿ ਕੋਰਸਪੋਂਡਿੰਗ ਐਂਗਲ ਕਿਹੜੇ ਹੁੰਦੇ ਆ। ਠੀਕ ਹੈ, ਅਗਲੀ ਲਾਈਨ ਪਹਿਲਾਂ ਪੜ੍ਹੋ, ਕਹਿੰਦਾ ਕੋਰਸਪੋਂਡਿੰਗ ਸਾਈਡ ਆਰ ਇਨ ਦਾ ਸੇਮ ਰੇਸ਼ੋ ਔਰ ਪ੍ਰਪੋਰਸ਼ਨਲ। ਠੀਕ ਹੈ, ਹੁਣ ਦੇਖੋ ਇਹਦੀ 2 ਗੱਲਾਂ ਕਹੀਆਂ ਕਿ ਉਹ ਟ੍ਰਾਇੰਗਲ ਸਿਮਿਲਰ ਹੋਣਗੀਆਂ। ਠੀਕ ਹੈ, ਜਿਸ ਦੀਆਂ ਕੋਰਸਪੋਂਡਿੰਗ ਸਾਈਡ ਮਤਲਬ ਕੋਰਸਪੋਂਡਿੰਗ ਐਂਗਲ ਇਕੁਅਲ ਹੋਣਗੇ। ਠੀਕ ਹੈ, ਕੋਰਸਪੋਂਡਿੰਗ ਐਂਗਲ ਇਕੁਅਲ ਹੋਣਗੇ। ਅਤੇ ਦੂਸਰੀ ਗੱਲ ਕਹਿੰਦਾ ਕਿ ਉਹਦੀ ਕੋਰਸਪੋਂਡਿੰਗ ਜਿਹੜੀ ਸਾਈਡਸ ਹੈ, ਇਹਨਾਂ ਦੀ ਜੋ ਰੇਸ਼ੋ ਹੈ, ਠੀਕ ਹੈ, ਕੋਰਸਪੋਂਡਿੰਗ ਸਾਈਡ ਆਰ ਇਨ ਦਾ ਸੇਮ ਰੇਸ਼ੋ। ਠੀਕ ਹੈ, ਹੁਣ ਪਹਿਲਾਂ ਗੱਲ ਕਰਦੇ ਆ ਕੋਰਸਪੋਂਡਿੰਗ ਕੀ ਹੁੰਦੀ ਹੈ। ਠੀਕ ਹੈ, ਕੋਰਸਪੋਂਡਿੰਗ ਦਾ ਮਤਲਬ ਕਿ ਇੱਕੋ ਸਾਈਡ 'ਤੇ ਮੰਨ ਲਓ ਜੋ ਦੇਖੋ, ਜਿਵੇਂ ਆਹ ਐਂਗਲ ਏ ਇੱਥੇ ਹੈਗਾ। ਠੀਕ ਹੈ, ਹੁਣ ਦੂਸਰੀ ਐਂਗਲ ਹੈਗੀ ਆਹ ਟ੍ਰਾਇੰਗਲ ਆਪਣੇ ਕੋਲ ABC ਦਿੱਤੀ ਹੈ। ਠੀਕ ਹੈ, ਇਹ ਦੂਸਰੀ ਟ੍ਰਾਇੰਗਲ ਦੇਖੋ ਆਪਣੇ ਕੋਲ PQR ਦਿੱਤੀ। ਠੀਕ ਹੈ, ਇਹਦੇ ਵਿੱਚ ਜਿਹੜੇ ਵਰਟੈਕਸ 'ਤੇ ਐਂਗਲ ਏ ਹੈ, ਦੂਸਰੀ ਫਿਗਰ 'ਚ ਸੇਮ ਵਰਟੈਕਸ 'ਤੇ ਸੇਮ ਸਾਈਡ 'ਤੇ ਮੰਨ ਲਓ ਐਂਗਲ P ਹੈ। ਇਟ ਮੀਨਸ ਕਿ ਜਿਹੜਾ ਐਂਗਲ ਏ ਹੈ, ਠੀਕ ਹੈ, ਠੀਕ ਹੈ, ਜੇ ਐਂਗਲ P ਹੈ ਇਕੁਅਲ ਐਂਗਲ P। ਠੀਕ ਹੈ, ਇਹ 2 ਐਂਗਲ ਹੈ। ਮੰਨ ਲਓ ਕਹਿਣ ਦਾ ਮਤਲਬ ਕਿ ਐਂਗਲ A ਕੋਰਸਪੋਂਡਿੰਗ ਹੈਗਾ ਐਂਗਲ P। ਦੇਖੋ ਉੱਪਰ ਇਸ ਵਰਟੈਕਸ 'ਤੇ ਐਂਗਲ A ਹੈ, ਇੱਧਰ ਕੀ ਹੈ ਐਂਗਲ P ਇਸ ਉੱਪਰਲੇ ਵਰਟੈਕਸ 'ਤੇ ਹੈ। ਠੀਕ ਹੈ, ਕੋਰਸਪੋਂਡਿੰਗ ਦਾ ਮਤਲਬ ਇਹ ਹੀ ਹੈਗਾ ਕਿ ਜਿਹੜੀ ਇਹ ਪਹਿਲੀ ਫਿਗਰ ਦੇ ਵਿੱਚ ਜੋ ਪੁਆਇੰਟ ਜਿਸ ਜਗ੍ਹਾ 'ਤੇ ਪਿਆ, ਦੂਸਰੀ ਫਿਗਰ ਵਿੱਚ ਸੇਮ ਪਲੇਸ 'ਤੇ ਉਹ ਪੁਆਇੰਟ ਹੋਵੇ। ਠੀਕ ਹੈ, ਉਹਨੂੰ ਕਹਿੰਦੇ ਕੋਰਸਪੋਂਡਿੰਗ। ਹੁਣ ਦੇਖੋ ਜੇ ਦੂਸਰਾ ਦੇਖੋ ਐਂਗਲ B ਹੈ। ਠੀਕ ਹੈ, ਐਂਗਲ B ਹੈ। ਠੀਕ ਹੈ, ਇੱਧਰ ਐਂਗਲ ਕੀ ਹੈ Q। ਇਹ ਦੋਨੇ ਕੋਰਸਪੋਂਡਿੰਗ ਹੋ ਗਏ। ਇਸ ਸਾਈਡ 'ਤੇ ਐਂਗਲ B ਹੈਗਾ ਦੇਖੋ ਇੱਥੇ। ਠੀਕ ਹੈ, ਇੱਧਰ ਇਸ ਸਾਈਡ 'ਤੇ ਐਂਗਲ Q ਹੈ। ਠੀਕ ਹੈ, ਇਹਦੇ ਕੋਰਸਪੋਂਡਿੰਗ ਮਤਲਬ ਸੇਮ ਸਾਈਡ 'ਤੇ ਹੋ ਗਏ। ਠੀਕ ਹੈ, ਹੁਣ ਦੇਖੋ ਜਿਵੇਂ ਐਂਗਲ C ਹੈ ਇਕੁਅਲ ਐਂਗਲ R। ਠੀਕ ਹੈ, ਇਹ ਸਾਰੇ ਕੀ ਹੋ ਗਏ, ਇਹਦੇ ਕੋਰਸਪੋਂਡਿੰਗ ਹੋ ਗਏ। ਲੱਗ ਗਈ ਸਮਝ। ਠੀਕ ਹੈ, ਕੋਰਸਪੋਂਡਿੰਗ ਐਂਗਲ ਦਾ ਤੁਹਾਨੂੰ ਸਮਝ ਲੱਗ ਗਈ ਹੋਵੇ। ਕੋਰਸਪੋਂਡਿੰਗ ਐਂਗਲ ਹੁੰਦੇ ਆ, ਠੀਕ ਹੈ, ਜੋ ਇੱਕ ਪਹਿਲੀ ਫਿਗਰ ਦੇ ਵਿੱਚ ਜਿਸ ਪੁਆਇੰਟ 'ਤੇ ਇੱਕ ਜੋ ਵੀ ਪੁਆਇੰਟ ਦਿੱਤਾ ਹੈ, ਸੈਕਿੰਡ ਫਿਗਰ 'ਚ ਸੇਮ ਪਲੇਸ 'ਤੇ ਉਹੀ ਪੁਆਇੰਟ ਹੈ, ਅਤੇ ਇਟ ਮੀਨਸ ਕਿ ਉਹ ਦੋਨੋਂ ਇੱਕ ਕੀ ਹੋ ਗਏ, ਕੋਰਸਪੋਂਡਿੰਗ ਹੋ ਗਏ। ਠੀਕ ਹੈ, ਮੰਨ ਲਓ ਕਹਿੰਦੇ ਕੋਰਸਪੋਂਡਿੰਗ ਐਂਗਲਸ ਆਰ ਇਕੁਅਲ। ਆ ਦੇਖੋ ਕੋਰਸਪੋਂਡਿੰਗ ਐਂਗਲ A ਦੇ ਇਕੁਅਲ ਐਂਗਲ P, ਐਂਗਲ B ਦੇ ਇਕੁਅਲ ਐਂਗਲ Q, ਐਂਗਲ C ਦੇ ਇਕੁਅਲ ਐਂਗਲ R। ਠੀਕ ਹੈ, ਅਗਲਾ ਪੁਆਇੰਟ ਦੇਖੋ, ਕੋਰਸਪੋਂਡਿੰਗ ਸਾਈਡਸ ਆਰ ਇਨ ਦਾ ਸੇਮ ਰੇਸ਼ੋ। ਦੇਖੋ ਅੱਗੇ ਸਮਝਾਉਣਾ, ਕਹਿੰਦੇ ਕੋਰਸਪੋਂਡਿੰਗ ਸਾਈਡ ਆਰ ਇਨ ਦਾ ਸੇਮ ਰੇਸ਼ੋ। ਠੀਕ ਹੈ, ਜਿਵੇਂ ਫਿਗਰ ਦਿੱਤੀ ਸੀ ਆਪਣੇ ਕੋਲ। ਠੀਕ ਹੈ,
इस तरह दो फिगर बनिया सी। ए बी सी पी क्यू ते आर, ठीक है। ਹੁਣ ਕੋਰਸਪੋਂਡਿੰਗ ਸਾਈਡਸ ਕਿਹੜੀਆਂ ਬਣਨਗੀਆਂ ਆਪਾਂ ਇਹ ਦੇਖਣੀ ਹੈ। ਕੋਰਸਪੋਂਡਿੰਗ ਸਾਈਡ ਇਨ ਦਾ ਸੇਮ ਰੇਸ਼ੋ ਕਿਹਾ ਨਾ। ਹੁਣ ਦੇਖੋ ਜਿਵੇਂ ਸਾਈਡ ਏ ਬੀ ਹੈ, ਠੀਕ ਹੈ, ਇਹਦੀ ਕੋਰਸਪੋਂਡਿੰਗ ਸਾਈਡ ਕਿਹੜੀ ਹੋਗੀ। ਦੇਖੋ ਆਹ ਸਾਈਡ ਏ ਬੀ ਹੈਗੀ ਹੈ, ਇਹਦੀ ਕੋਰਸਪੋਂਡਿੰਗ ਸਾਈਡ ਪੀ ਕਿਊ ਬਣੇਗੀ, ਠੀਕ ਹੈ। ਇਟ ਮੀਨਸ ਆਪਾਂ ਲਿਖ ਸਕਦੇ ਹਾਂ ਸੇਮ ਰੇਸ਼ੋ ਦੇ ਵਿੱਚ ਕਿ ਸਾਈਡ ਏ ਬੀ ਦੇ ਕੋਰਸਪੋਂਡਿੰਗ ਸਾਈਡ ਹੈਗੀ ਪੀ ਕਿਊ। ਮਤਲਬ ਕਿ ਇਹਦਾ ਕੋਰਸਪੋਂਡਿੰਗ ਸਾਰ ਇਹਦਾ ਕੀ ਕਹਿੰਦੇ ਆ ਕਿ ਕੋਰਸਪੋਂਡਿੰਗ ਸਾਈਡ ਇਹਦਾ ਸੇਮ ਰੇਸ਼ੋ 'ਚ ਹੋਣ, ਠੀਕ ਹੈ। ਰੇਸ਼ੋ ਦਾ ਮਤਲਬ ਕੀ ਹੁੰਦਾ ਆਪਣੇ ਡਿਵਾਈਡ, ਮਤਲਬ ਡਿਵਾਈਡ ਕਰਨਾ। ਸੋ ਇਟ ਮੀਨਸ ਏ ਬੀ ਅਪੋਨ ਪੀ ਕਿਊ, ਠੀਕ ਹੈ। दूसरी कोरस्पोंडिंग साइड जिमें ए सी ले लीए, ठीक है। ए सी इनके कोरस्पोंडिंग किहड़ी होगी पी आर अपॉन पी आर, ठीक है। बी सी साइड ले लीए, इनकी कोरस्पोंडिंग किहड़ी हो जाएगी क्यू आर, ठीक है। हुण इन्हें कोरस्पोंडिंग साइड आर इन द सेम रेशो, ठीक है। कोरस्पोंडिंग साइड आर इन द सेम रेशो दे विच होणगीਆਂ। इट मीनस कि ये सारियां इक्वल होणगीਆਂ एक दूजे दे, ओके। ਹੁਣ ਸੇਮ ਰੇਸ਼ੋ ਦੇ ਵਿੱਚ ਵੇਖੋ ਕਿਵੇਂ। ਹੁਣ ਤਾਂ ਮੈਂ ਸਮਝਾਣਾ ਅੱਗੇ। ਜਿਵੇਂ ਆਹ ਸਾਈਡ ਦਿੱਤੀ ਹੈ, ਠੀਕ ਹੈ, ਏ ਬੀ ਆਪਣੇ ਕੋਲ 3 ਦਿੱਤੀ ਹੈ, ਏ ਸੀ ਦਿੱਤੀ ਹੈ ਆਪਣੇ ਕੋਲ 4, ਠੀਕ ਹੈ, ਬੀ ਸੀ ਆਪਣੇ ਦਿੱਤੀ ਹੈ 5। ਆਪਾਂ ਸੇਮ ਰੇਸ਼ੋ ਕਰਨੀ ਹੈ, ਠੀਕ ਹੈ। ਹੁਣ ਜੇਕਰ ਆਪਾਂ ਇੱਧਰੋਂ ਲਵਾਂਗੇ, ਦੇਖੋ ਏ ਬੀ ਪੌਨ ਪੀ ਕਿਊ ਲਵਾਂਗੇ, ਠੀਕ ਹੈ। ਇਹਨੂੰ ਆਪਾਂ ਲੈ ਲਈਏ 6, ਓਕੇ। पी आर ले लीए 8, क्यू आर ले लीए आप 10, ओके। इन्नी लग गई समझ। हम चल आप इनू सोल्व करते हैं सेम रेशो च किवें होणगे। अपने कोल जिहड़ी ए बी सी आप 3 लई सी, ठीक है। पी क्यू आर लई सी 6, लिख लीए। ए बी 3 पी क्यू आर 6, ठीक है। ए सी आप लई सी 4, ठीक है। ए सी 4 लई सी, पी क्यू आर आप 8 लई सी, ठीक है। 8 लिख लीए। ਹੁਣ बी सी है, बी सी आप 5 ਲਈ ਸੀ ਤੇ क्यू आर ਕਿੰਨੀ ਲਈ ਸੀ 10, ਠੀਕ ਹੈ। ਇਹਨੂੰ 5/10 ਲਿਖੀਏ। ਦੇਖੋ ਹੁਣ ਇਹਨਾਂ ਦੀ ਜਦੋਂ ਆਪਾਂ ਮੇਜਰਮੈਂਟ ਲਈ ਸੀ, ਇਹਨਾਂ ਦੀ 3 ਸੈਂਟੀਮੀਟਰ ਜਾਂ ਮੀਟਰ ਕੋਈ ਵੀ ਆਪਣੀ ਯੂਨਿਟ ਹੋ ਸਕਦਾ। ਇਹ 6 ਲਈ ਸੀ। ਦੇਖੋ ਇਹਨਾਂ ਦੀ ਲੈਂਥ ਅਲੱਗ ਅਲੱਗ ਨਾ, ਆ 3 ਆ 6 ਡਬਲ ਹੋ ਗਈ, 4 ਦੀ 8 ਹੋ ਗਈ, 5 ਦੀ 10 ਹੋ ਗਈ। ਇਹਨਾਂ ਲੈਂਥ ਤਾਂ ਬਰਾਬਰ ਨਹੀਂ ਹੈ ਨਾ, ਬਟ ਕਹਿੰਦਾ ਇਹਨਾਂ ਦੀ ਲੈਂਥ ਕੀ ਸੇਮ ਰੇਸ਼ੋ 'ਚ ਹੋਣੀ ਚਾਹੀਦੀ ਹੈ। ਦੇਖੋ ਕਿਵੇਂ ਹੋਏਗੀ। ਹੁਣ ਆਪਾਂ ਇਹਨਾਂ ਨੂੰ 3.6 ਨੂੰ ਕੱਟ ਕੇ 1.2 ਲਿਖ ਸਕਦੇ ਹਾਂ। ਇਹਨੂੰ ਕੱਟ ਕੇ 1.2 ਲਿਖ ਸਕਦੇ ਆ, ਇਹਨੂੰ ਕੱਟ ਕੇ 1.2 ਲਿਖ ਸਕਦੇ 5/10 ਨੂੰ, ਠੀਕ ਹੈ। ਕੀ ਆ ਗਈ 1.2 ਇਜ਼ ਇਕੁਅਲ ਟੂ 1.2 ਇਜ਼ ਇਕੁਅਲ ਟੂ 1.2, ਠੀਕ ਹੈ। ਆ ਗਈ ਨਾ ਸਾਰਿਆਂ ਦੀ ਸੇਮ ਰੇਸ਼ੋ। ਇਹ ਪ੍ਰੂਫ ਕਰਨਾ ਸੀ ਆਪਾਂ, ਠੀਕ ਹੈ। ਦੋ ਟ੍ਰਾਇੰਗਲ ਕਦੋਂ ਸਿਮਿਲਰ ਹੋਣਗੀਆਂ ਇਫ देयर ਕੋਰਸਪੋਂਡਿੰਗ ਐਂਗਲਸ ਆਰ ਇਕੁਅਲ, ਠੀਕ ਹੈ। ਜਿਵੇਂ ਐਂਗਲ ਏ ਹੈ, ਐਂਗਲ ਏ 60 ਡਿਗਰੀ ਹੈ, ਠੀਕ ਹੈ। ਤੇ ਐਂਗਲ ਜਿਹੜਾ ਪੀ ਵੀ ਇਹ ਵੀ 60 ਹੋਏਗਾ, ਠੀਕ ਹੈ। इक्वल होने चाहिए ना। जे एंगल अपने को बी है वो अपने को 80 डिग्री है तो एंगल क्यू भी 80 होएगा, ठीक है। सी 40 है ना तो अपने को एंगल आर भी 40 होएगा। लग गई समझ इस तरह, ठीक है। कहने का मतलब कि इन्हें जो कोरसपोंडिंग एंगल भी इक्वल होंगे तो कोरसपोंडिंग साइड आर इन द सेम रेशो च, ओके। ਹੁਣ ਇਹਦੇ ਜੇਕਰ ਆਪਾਂ ਸਿੰਬਲ ਦੀ ਗੱਲ ਕਰੀਏ ਕਿ ਆਪਣੇ ਸਿੰਬਲ ਕਿਹੜਾ ਹੁੰਦਾ, ਠੀਕ ਹੈ। ਅਤੇ ਸਿੰਬਲ ਦਾ ਸਾਈਨ ਆ ਹੁੰਦਾ, ਠੀਕ ਹੈ। ਜਿਹੜਾ ਸਿਮਿਲੈਰਿਟੀ ਦਾ ਸਾਈਨ ਹੁੰਦਾ, ਟ੍ਰਾਇੰਗਲ ਦੀ ਸਿਮਿਲੈਰਿਟੀ ਦਾ ਸਾਈਨ ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ ਕਿ ਜਿਹੜੀ ਟ੍ਰਾਇੰਗਲ ਹੈ ਏ ਬੀ ਸੀ सिमिलर है, ठीक है। सिमिलर है ट्रायंगल पी क्यू आर, ओके। लग गई समझ। इस तरह आप लिख सकते हैं इस साइन के जो आप प्रूफ कर देंगे इस एंड ते जो आप लिखना प्रूफ दे विच, तो इस तरह लिखते हैं ट्रायंगल ए बी सी सिमिलर है ट्रायंगल पी क्यू आर, ओके।
ਲੱਗ ਗਈ ਸਮਝ। ਉਹ ਤੁਹਾਨੂੰ ਮੈਂ ਐਂਗਲ ਬਾਰੇ ਵੀ ਇੱਥੇ ਦੱਸਤਾ ਸੀ, ਇੱਥੇ ਆਪਾਂ ਸਾਈਡ ਦੀ ਸੇਮ ਰੇਸ਼ੋ ਕਰਨੀ ਵੀ ਦੱਸਤੀ ਸੀ। ਠੀਕ ਹੈ, ਤੇ ਜੋ ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ ਕਿ ਟ੍ਰਾਇੰਗਲ ਏ ਬੀ ਸੀ ਸਿਮਿਲਰ ਹੈ ਟ੍ਰਾਇੰਗਲ ਪੀ ਕਿਊ ਆਰ। ਓਕੇ, ਅੱਗੇ ਚਲੀਏ। ਅੱਗੇ ਦੇਖੋ ਹੁਣ ਸਿਮਿਲਰ ਟ੍ਰਾਇੰਗਲਸ ਥਿਊਰਮ ਆ ਜਾਂਦੀਆਂ। ਠੀਕ ਹੈ, ਪਹਿਲੀ ਜੋ ਥਿਊਰਮ ਹੈ ਆਪਾਂ ਉਹਦੇ ਬਾਰੇ ਪੜ੍ਹਦੇ ਹਾਂ, ਅਤੇ ਫਿਰ ਇਹਨੂੰ ਆਪਾਂ ਸੋਲਵ ਸਮਝਾਉਣਾ ਤੁਹਾਨੂੰ ਕਿਵੇਂ ਇਹਨੂੰ ਕਰਨਾ ਹੈ। ਪਹਿਲਾ ਜੋ ਹੈਗਾ ਏ ਜਾਂ ਟ੍ਰਿਪਲ ਏ, ਮੰਨ ਲਓ ਐਂਗਲ ਸਿਮਿਲੈਰਿਟੀ। ਠੀਕ ਹੈ, ਕਹਿਣ ਦਾ ਮਤਲਬ ਜੇਕਰ ਕੋਈ ਵੀ ਦੋ ਟ੍ਰਾਇੰਗਲ ਦੇ, ਠੀਕ ਹੈ, ਜੇਕਰ ਉਹਦੇ ਕੋਈ ਵੀ ਦੋ ਐਂਗਲ ਇਕੁਅਲ ਹੋ ਜਾਂਦੇ ਤਾਂ ਉਹ ਟ੍ਰਾਇੰਗਲ ਕੀ ਹੋ ਜਾਏਗੀ, ਸਿਮਿਲਰ ਹੋ ਜਾਏਗੀ। ਠੀਕ ਹੈ, ਹੁਣ ਦੇਖੋ ਕੀ ਲਿਖਿਆ, ਕਹਿੰਦਾ ਇਫ ਐਨੀ ਟੂ ਐਂਗਲਸ ਆਫ ਏ ਟ੍ਰਾਇੰਗਲਸ ਆਰ ਇਕੁਅਲ, ਮਤਲਬ ਕੋਈ ਵੀ ਦੋ ਐਂਗਲ ਜੇਕਰ ਕਿਸੇ ਵੀ ਟ੍ਰਾਇੰਗਲ ਦੇ ਇਕੁਅਲ ਹਨ, ਐਨੀ ਟੂ ਕੇ ਲਿਖਿਆ ਨਾ, ਕੋਈ ਵੀ ਟੂ ਐਂਗਲ ਹੈ ਇਕੁਅਲ ਆਫ ਅਨਦਰ ਟ੍ਰਾਇੰਗਲ, ਮੰਨ ਲਓ ਇੱਕ ਟ੍ਰਾਇੰਗਲ ਦੇ ਕੋਈ ਵੀ ਦੋ ਐਂਗਲ ਇਕੁਅਲ ਹੈ ਕਿੰਦੇ, ਅਨਦਰ ਟ੍ਰਾਇੰਗਲ ਦੇ, ਕੋਈ ਵੀ ਅਨਦਰ ਜਿਹੜੀ ਟ੍ਰਾਇੰਗਲ ਹੈਗੇ ਉਹਦੇ ਇਕੁਅਲ ਹੈ, ਦੈਨ ਦਾ ਟੂ ਟ੍ਰਾਇੰਗਲਸ ਆਰ ਇਨ ਸਿਮਿਲਰ ਟੂ ਈਚ ਅਦਰ। ਠੀਕ ਹੈ, ਤੇ ਦੋਨੇ ਟ੍ਰਾਇੰਗਲ ਕੀ ਹੋਣਗੀਆਂ, ਸਿਮਿਲਰ ਹੋਣਗੀਆਂ। ਦੇਖੋ ਹੁਣ ਕੀ ਕਹਿ ਰਿਹਾ, ਐਂਗਲ ਏ ਇਕੁਅਲ ਐਂਗਲ ਐਸ। ਹੁਣ ਦੇਖੋ ਆ ਐਂਗਲ ਏ ਹੈ ਤੇ ਆ ਐਂਗਲ ਐਕਸ ਹੈ, ਦੇਖੋ ਕੋਰਸਪੋਂਡਿੰਗ ਹੋ ਗਏ ਨਾ, ਐਸ ਵਰਟੈਕਸ ਉੱਪਰ ਵਰਟੈਕਸ ਤੇ ਐਂਗਲ ਏ ਹੈ, ਇੱਧਰ ਹੀ ਐਸੀ ਜੋ ਫਿਗਰ ਦਿੱਤੀ ਹੈ ट्रायंगल ਦੀ ਇੱਧਰ ਉੱਪਰ ਵਰਟੈਕਸ ਤੇ ਐਂਗਲ ਐਕਸ ਹੈ। ਠੀਕ ਹੈ, ਇਹ ਦੋਨੇ ਇਕੁਅਲ ਹੋ ਗਏ। ਐਨ ਐਂਗਲ ਸੀ ਐਂਗਲ ਜੀ। ਠੀਕ ਹੈ, ਕੀ ਕਹਿੰਦਾ ਐਂਗਲ ਸੀ ਆ ਰਿਹਾ, ਐਂਗਲ ਸੀ ਆਪਾਂ ਹੁਣ ਦੇਖੋ ਐਂਗਲ ਸੀ ਆ ਰਿਹਾ ਔਰ ਐਂਗਲ ਆਪਣੇ ਕੋਲ ਜ਼ੈਡ ਇੱਥੇ ਰਿਹਾ। ਠੀਕ ਹੈ, ਇਹ ਦੋਨੇ ਇਕੁਅਲ ਹੈ। ਠੀਕ ਹੈ, ਜੇਕਰ ਦੋ ਐਂਗਲ ਇਕੁਅਲ ਹੈ ਇਟ ਮੀਨਸ ਕਿ ਥਰਡ ਐਂਗਲ ਐਟੋਮੈਟਿਕਲੀ ਇਕੁਅਲ ਹੋ ਜਾਏਗਾ। ਜੇਕਰ ਐਂਗਲ ਏ ਹੈ, देखो जेकर एंगल ए 60 डिग्री सी, ओके, एंगल बी भी 60 डिग्री होएगा, वो एंगल एक्स भी 60 डिग्री होएगा। ठीक है, एंगल सी 40 सी ਜਾਂ अपने को कोई मर्जी ले लो 50 सी। ठीक है, तो इधरों एंगल जो जैड भी 50 सी, ओके, ए भी 50 है। तो इट मीनस कि जो एक एंगल अपने को बच गया, एंगल कि बच गया बी लैट इन्हों जो आप एंगल सम प्रॉपर्टी के अकॉर्डिंग करा। ठीक है, 60 तो 5 110 तो ये 70 हो जाएगा, तो ये भी की हो जाएगा 70 जे वाई। ठीक है, सो इस तरह आप कह सकते हैं कि जो एंगल ए इजकल टू एंगल एक्स है, एंगल सी इजकल टू एंगल जैड है, दैन ट्रायंगल ए बी सी सिमिलर हैगी ट्रायंगल एक्स वाई जैड। ठीक है, फ्रॉम द रिजल्ट ओबटेन वी कैन ईजली से, इस रिजल्ट तो असी कह सकते हैं डैट कि जेकर इनका पर जे रिजल्ट कढ़ी अगे। ठीक है, जे कहना इन रिजल्ट तो वी कैन से डैट कह सकते हैं कि आप कि ਜਿਹੜੀਆਂ ਹੁਣ ਇਹਦੇ ਕੋਰਸਪੋਂਡਿੰਗ ਸਾਈਡ ਵੀ ਹੋਣਗੀਆਂ। ਠੀਕ ਹੈ, ਜਿਹੜਾ ਏ ਬੀ ਜੇਕਰ ਉਹਨਾਂ ਦੋ ਐਂਗਲਸ ਇਕੁਅਲ ਹੋ ਗਏ। ਠੀਕ ਹੈ, ਐਂਗਲ ਏ ਬਰਾਬਰ ਐਂਗਲ ਐਕਸ, ਐਂਗਲ ਸੀ ਬਰਾਬਰ ਐਂਗਲ ਜ਼ੈਡ ਹੋ ਗਿਆ। ਇਟ ਮੀਨਸ ਕਿ ਥਰਡ ਐਂਗਲ ਤਾਂ ਆਟੋਮੈਟਿਕਲੀ ਇਕੁਅਲ ਹੋ ਜਾਏਗਾ, ਐਂਗਲ ਬੀ ਬਰਾਬਰ ਐਂਗਲ ਵਾਈ। ਐਂਡ ਨਾਲ ਦੀ ਨਾਲ ਆਪਾਂ ਸਿਮਿਲੈਰਿਟੀ ਦੇ ਵਿੱਚ ਇਹ ਪੜ੍ਹਿਆ ਸੀ ਜੇਕਰ ਉਹਨਾਂ ਦੇ ਤਿੰਨੋਂ ਐਂਗਲ ਇਕੁਅਲ ਹੁੰਦੇ ਆ ਤਾਂ ਉਹਨਾਂ ਦੀ ਜਿਹੜੀ ਕੋਰਸਪੋਂਡਿੰਗ ਸਾਈਡ ਵੀ ਇਕੁਅਲ ਹੋ ਜਾਣੀ ਆ। ਸੋ ਕਿ ਇਹ ਜਿਹੜੀ ਸਾਈਡ ਏ ਬੀ ਹੈ ਉਹ ਕਹਿੰਦੇ ਏ ਬੀ ਅਪੋਨ ਐਕਸ ਵਾਈ। ਠੀਕ ਹੈ, ਸੇਮ ਪਰ ਰੇਸ਼ੋ ਦੇ ਵਿੱਚ ਹੋ ਜਾਣਗੇ ਨਾ, ਅਤੇ ਸਾਈਡ ਏ ਸੀ ਕਹਿੰਦੇ ਜੀ ਐਕਸ ਵਾਈ ਦੀ ਹੋ ਜਾਏਗੀ। ਠੀਕ ਹੈ, ਅਤੇ ਬੀ ਸੀ ਕਹਿੰਦੇ ਜੀ ਵਾਈ ਜੈਡ ਦੀ ਹੋ ਜਾਏਗੀ। ਠੀਕ ਹੈ, ਇਸ ਤਰ੍ਹਾਂ ਕਹਿ ਸਕਦੇ ਐਂਗਲ ਜਿਹੜੀ ਸਾਈਡ ਏ ਬੀ ਅਪੋਨ ਐਕਸ ਵਾਈ, ਬੀ ਸੀ ਅਪੋਨ ਵਾਈ ਜੈਡ ਅਤੇ ਏ ਸੀ ਅਪੋਨ ਐਕਸ ਜੈਡ ਕੀ ਸੇਮ ਰੇਸ਼ੋ ਦੇ ਵਿੱਚ ਹੋਣਗੀਆਂ। ਜੇਕਰ ਉਹਨਾਂ ਦੇ ਐਂਗਲ ਇਕੁਅਲ ਹੈ ਇਟ ਮੀਨਸ ਕਿ ਆਟੋਮੈਟਿਕਲੀ ਉਹਨਾਂ ਦੀ ਸਾਈਡ ਵੀ ਸੇਮ ਰੇਸ਼ੋ 'ਚ ਹੋਣਗੀਆਂ। ਆਪਾਂ ਜੋ ਪਿੱਛੇ ਸਿਮਿਲੈਰਿਟੀ ਆਫ ट्रायंगल 'ਚ पढ़िया सी। ठीक है, लग गई समझ। ट्रायंगल मान लो ए या एंगल सिमलैरिटी के अकॉर्डिंग आप प्रूफ करता कि ये दोनों ट्रायंगल की है सिमिलर है। ओके, चलिए अगे। चलो अगला केस है
अगला केस देखो, कहना इफ जेकर टू साइड्स ऑफ ए ट्रायंगल, ये है टू साइड्स ऑफ ए ट्रायंगल आर इन द सेम proportional, same proportion of the two side of another triangle, are the angle inscribed by the two sides in both triangle are equal, then two triangles are said to be similar। ਹੁਣ ਕਹਿੰਦਾ ਕਿ अब पहला SAS ਦੇ ਅਕੋਰਡਿੰਗ ਕੀ ਹੈ, ਸਾਈਡ ਐਂਗਲ ਸਾਈਡ, ਮੰਨ ਲਓ ਦੋ ਸਾਈਡਸ ਔਰ ਇੱਕ ਐਂਗਲ ਜੇਕਰ ਦੋਨੋਂ ਟ੍ਰਾਇੰਗਲਸ ਦੇ ਇਕੁਅਲ ਹੈ, ਠੀਕ ਹੈ, ਕੋਈ ਵੀ ਦੋ ਸਾਈਡਸ ਐਂਡ ਵਨ ਐਂਗਲ ਇਕੁਅਲ ਹੈ ਤਾਂ ਦੋਨੋਂ ਟ੍ਰਾਇੰਗਲ ਕੀ ਸਿਮਿਲਰ ਹੋਣਗੇ। ਕਿਵੇਂ, ਇਫ ਟੂ ਸਾਈਡਸ ऑफ ए ट्रायंगल्स, टू साइड्स ठीक है, देखो टू साइड्स ऑफ ए ट्रायंगल्स आर इन द सेम proportion of two side of another triangle। दो साइड मान लो, हम देखो दो साइड केड़ी ए बी है, ठीक है, एंड एक्स वाई है। इधर देखो केड़ियाँ ए बी ते एक्स वाई, ये दोनों साइड सेम प्रपोर्शन च हो गई, किंदे इक्वल हो गई, ए सी ते एक्स जैड दे, ये दोनों साइड सेम प्रपोर्शन च इक्वल हो गई। अगे की कहता है, कहता एंड द एंगल इंस्क्राइब, जेड़ा इंस्क्राइब आ वर्ड तुसी ध्यान दे विच रखना है, जोड़ा कह रहा है इंस्क्राइब, ठीक है, इंस्क्राइब का मतलब ये है कि जेड़ा एंगल इन्होंने दोनों साइडों के विच बनया वो एंगल आपां इहदे च लैना है। देखो हुण जिहड़ियां दो साइड सी ए बी ए सी एक्स वाई एक्स जैड, इन्हां दे इंस्क्राइब विच एंगल किहड़ा है, ए बी दे किहड़ा एंगल है ए, ते एक्स वाई ते एक्स जैड दे इंस्क्राइब किहड़ा एंगल है अपने कोल एक्स, ठीक है। ये दोनों एंगल इन्हां दे विचकार आ रहे, आपां ये एंगल इनकलूड करने विच लैने हैं, ठीक है, ना कि एंगल बी जां वाई सी जां जैड। ਜਿਹੜੀਆਂ दो साइड लवांगे उन्हां दे बिटवीन जो इंस्क्राइब एंगल बन रहा वो एंगल आपां काउंट करना है, ठीक है। कहंदा एंगल इंस्क्राइब बाय द टू साइड्स, और कह रहे हैं ना बाय द टू की है, बाय द टू साइड इन बोथ ट्रायंगल आर इक्वल, ठीक है। उन्होंने दोनों साइड के विचकार जो एंगल बनया वो भी इक्वल होएगा, दैन टू ट्रायंगल्स आर सैड टू बी सिमिलर, ठीक है। हम देखो इतना लिखा है ए बी एंड एक्स वाई प्रोपोर्शनल टू इक्वल किंदे गए ए सी अपॉन एक्स जैड दे, ठीक है। तो दो एंगल किहड़े, एंगल ए ते एंगल एक्स, क्योंकि इन्हों के इंस्क्राइब बने हैं दोनों साइडों के, ये दोनों एंगल इक्वल है, दैन असी कह सकते हैं कि ट्रायंगल ए बी सी सिमिलर है ट्रायंगल एक्स वाई जैड, ठीक है। हुण जे फॉर्म ऑफ द कनगुरेंसी जे आप गल करिए तो उस तो बाद जेकर दो साइड्स कोई सेम प्रपोर्शन दे विच इक्वल है तो दोनों दो एंगल इक्वल है, दैन आपां दा जे रिजल्ट कड्डांगे तो आप लिख सकते हैं फिर ए बी अपॉन एक्स वाई, ए बी अपॉन एक्स वाई, बी सी अपॉन वाई जैड, क्योंकि जदों ट्रायंगल सिमिलर ही होगी, आप पिछे पढ़ के आए हैं कोई ट्रायंगल सिमिलर कदों होंदी है, जेकर उन्होंने तीनों कोरसपोंडिंग एंगल इक्वल होन तो उन्होंने साइडों की रेशो सेम होवे, इक्वल कोरसपोंडिंग साइड आर इन सेम रेशो च होन, दैन ट्रायंगल इज़ की होंगी है सिमिलर। हुण आपां सिमिलर प्रूफ कर दित्ती है, जो आप ट्रायंगल सिमिलर प्रूफ पहला ही कर दित्ती है तो आप फिर उनके रिजल्ट लिख सकते हैं। उनके रिजल्ट आपां नूं पता है कि जिहड़ियां सारियां कोरसपोंडिंग साइड्स है वो इक्वल होंदियां एंड कोरसपोंडिंग एंगल भी इक्वल होंदे हैं, ठीक है। आप नीचे रिजल्ट तो लिखने ही लिखने हैं, ओके, लग गई समझ। ये अपना जो है सी केस SAS मीनस साइड एंगल साइड आप सिमिलर कर दिता है, ठीक है। हुण अगे आप चलते हैं अगला अपने, अगला देखो किहड़ा पॉइंट है, अगला है SSS, मतलब साइड साइड साइड, ठीक है, साइड 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 सिमिलैरिटी, मतलब साइड तीनों साइड उन्हें सेम रेशो च करके आप की करना है सिमिलर करना है, लग गई समझ। तीनों साइडों आप की करना होंगे सेम रेशो च करके आप इनू की करना है सिमिलर करना है ट्रायंगल। हुण देखो कहना इफ जेकर आल थ्री साइड ऑफ ए ट्रायंगल, किसी भी ट्रायंगल दियाँ जेकर तीनों साइड्स की है
ਆਰ ਇਨ ਦਾ ਪ੍ਰਪੋਰਸ਼ਨ, ਮੰਨ ਲਓ ਕਿ ਅਨੁਪਾਤ ਦੇ ਵਿੱਚ ਹੋਵੇ ਟੂ ਦਾ 3 ਸਾਈਡ ਆਫ ਅਨਦਰ ਟ੍ਰਾਇੰਗਲ, ਦੂਸਰੀ ਟ੍ਰਾਇੰਗਲ ਦੇ ਜੋ ਅਨਦਰ ਦੂਸਰੀ ਟ੍ਰਾਇੰਗਲ ਹੈਗੀ ਹੈ, ਠੀਕ ਹੈ, 3 ਸਾਈਡ ਆਫ ਅਨਦਰ ਟ੍ਰਾਇੰਗਲ, ਦੂਸਰੀ ਸਾਈਡ ਦੇ ਦੂਸਰੀ ਜਿਹੜੀ ਟ੍ਰਾਇੰਗਲ ਦੇ ਤਿੰਨਾਂ ਸਾਈਡਾਂ ਦੇ ਪ੍ਰਪੋਰਸ਼ਨਲ ਦੇ ਬਰਾਬਰ ਹੋਵੇ, ਦੈਨ ਟੂ ਟ੍ਰਾਇੰਗਲਸ ਆਰ ਸਿਮਿਲਰ। ਠੀਕ ਹੈ, ਹੁਣ ਜਿਵੇਂ ਦੇਖੋ ਏ ਬੀ ਹੈ, ਉਹਦੇ ਕੋਰਸਪੋਂਡਿੰਗ ਕਿਹੜੀ ਹੋ ਜਾਏਗੀ, ਐਕਸ ਵਾਈ ਲਿਖ ਦੇਖੋ ਨਾ, ਦਸ ਏ ਬੀ ਅਪੋਨ ਐਕਸ ਵਾਈ ਟ੍ਰਾਇੰਗਲ ਦੀ ਦੇਖੋ ਸੇਮ ਪ੍ਰਪੋਰਸ਼ਨਸ ਹੈਗੀਆਂ ਸਾਈਡਾਂ ਹੀ। ਠੀਕ ਹੈ, ਫਿਰ ਬੀ ਸੀ ਪੌਨ ਵਾਈ ਜ਼ੈਡ ਇਕੁਅਲ ਏ ਸੀ ਪੌਨ ਐਕਸ ਜ਼ੈਡ, ਦੈਨ ਟ੍ਰਾਇੰਗਲ ਏ ਬੀ ਸੀ ਸਿਮਿਲਰ ਹੈਗੀ ਟ੍ਰਾਇੰਗਲ ਐਕਸ ਵਾਈ ਜ਼ੈਡ। ਦਸ ਫਰੋਮ ਦਿਸ ਰਿਜ਼ਲਟ ਵੀ ਕੈਨ ਇਨ, ਠੀਕ ਹੈ, ਕੀ ਕਹਿੰਦਾ ਫਰੋਮ ਦਿਸ ਰਿਜ਼ਲਟ ਵੀ ਕੈਨ ਸੇ ਡੈਟ ਇਨ ਫੋਰਮ ਵਿੱਚ ਲਿਖਣਾ ਸੀ। ਠੀਕ ਹੈ, ਡੈਟ ਕਿ ਜਿਹੜੀਆਂ ਟ੍ਰਾਇੰਗਲਸ ਹੈਗੀਆਂ ਇਟ ਮੀਨਸ ਕਿ ਐਂਗਲ ਏ ਬਰਾਬਰ ਐਂਗਲ ਐਕਸ ਵੀ ਹੋਏਗਾ। ਠੀਕ ਹੈ, ਐਂਗਲ ਬੀ ਬਰਾਬਰ ਐਂਗਲ ਵਾਈ ਹੋਏਗਾ ਅਤੇ ਐਂਗਲ ਸੀ ਬਰਾਬਰ ਐਂਗਲ ਜ਼ੈਡ ਹੋਏਗਾ। ਠੀਕ ਹੈ, ਇਹ ਇਹਦਾ ਰਿਜ਼ਲਟ ਆ ਜਾਏਗਾ। ਓਕੇ, ਸੇਮ ਲੱਗ ਗਈ ਸਮਝ ਸਿਮਿਲੈਰਿਟੀ ਸਿਮਿਲੈਰਿਟੀ ਦਾ ਜੋ ਪੋਰਸ਼ਨ ਸੀ। ਠੀਕ ਹੈ, ਇਹ ਆਪਣਾ ਇੱਥੇ ਕੰਪਲੀਟ ਹੁੰਦਾ। ਠੀਕ ਹੈ, ਤੁਹਾਨੂੰ ਪਿੱਛੇ ਦੁਬਾਰਾ ਤੋਂ ਦਿਖਾ ਦੇਣਾ। ਪਹਿਲਾਂ ਆਪਾਂ ਸਿਮਿਲੈਰਿਟੀ ਆਫ ਟ੍ਰਾਇੰਗਲ ਪੜ੍ਹਿਆ ਸੀ, ਔਰ ਕਹਿੰਦੇ ਬੜੇ ਕਿ ਕੋਈ ਵੀ ਕੋਰਸਪੋਂਡਿੰਗ ਦੋ ਐਂਗਲ ਇਕੁਅਲ ਹੋਣ ਅਤੇ ਕੋਰਸਪੋਂਡਿੰਗ ਸਾਈਡਾਂ ਦੀ ਰੇਸ਼ੋ ਸੇਮ ਹੋਵੇ ਤਾਂ ਦੋ ਟ੍ਰਾਇੰਗਲਸ ਕੀ ਹੋਣਗੀਆਂ ਆਪਸ ਵਿੱਚ ਸਿਮਿਲਰ ਹੋਣਗੀਆਂ। ਸਿਮਿਲੈਰਿਟੀ ਦਾ ਆਪਣੇ ਕੋਲ ਸਾਈਨ ਇਹ ਸੀ। ਠੀਕ ਹੈ, ਫਿਰ ਤੁਹਾਨੂੰ ਮੈਂ ਸਮਝਾਤਾ ਸੀ ਰੇਸ਼ੋ ਪ੍ਰਪੋਰਸ਼ਨ ਵਾਲਾ ਇਹਨਾਂ ਦੀ। ਠੀਕ ਹੈ, ਸਾਈਡ ਦੀ ਪ੍ਰਪੋਰਸ਼ਨ ਇਕੁਅਲ ਕਰਕੇ। ਅੱਗੇ ਆਪਾਂ ਸਿਮਿਲਰ ਟ੍ਰਾਇੰਗਲ ਏ ਨਾਲ ਪੜ੍ਹਿਆ ਸੀ, ਐਂਗਲ ਨਾਲ ਸਿਮਿਲੈਰਿਟੀ ਕੀਤੀ ਸੀ। ਠੀਕ ਹੈ, ਉਸ ਤੋਂ ਬਾਅਦ ਆਪਾਂ SAS ਮਤਲਬ ਸਾਈਡ ਐਂਗਲ ਸਾਈਡ ਨਾਲ ਸਿਮਿਲੈਰਿਟੀ ਕੀ ਕਰਕੇ ਤੁਹਾਨੂੰ ਸੋਲੋ ਕਰਕੇ ਦਿਖਾਇਆ ਸੀ। ਠੀਕ ਹੈ, ਪ੍ਰੂਫ ਕੀਤਾ ਸੀ ਆਪਾਂ ਇਹ। ਉਸ ਤੋਂ ਬਾਅਦ ਹੁਣ ਆਪਾਂ SS ਨਾਲ ਕੀਤਾ। ਠੀਕ ਹੈ, ਕੋਈ ਵੀ ਇੱਕ ਹੋਰ ਧਿਆਨ ਰੱਖਣਾ, ਕੋਈ ਵੀ ਆਪਾਂ ਇਹਦਾ ਇੱਕ ਰਿਜ਼ਲਟ ਆਪਾਂ ਜੇਕਰ ਪ੍ਰੂਫ ਕਰ ਦਿੰਦੇ ਹਾਂ, ਐਟੋਮੈਟਿਕ ਦੂਸਰੇ ਰਿਜ਼ਲਟ ਵੀ ਉਹ ਪ੍ਰੂਫ ਹੋ ਜਾਣਗੇ। ਕਿਉਂਕਿ ਜਦੋਂ ਇੱਕ ਰਿਜ਼ਲਟ ਦੇ ਅਕੋਰਡਿੰਗ ਟ੍ਰਾਇੰਗਲ ਦੇਖੋ, ਜੇਕਰ ਆਪਾਂ ਸਾਈਡ ਨਾਲ ਜੇ ਟ੍ਰਾਇੰਗਲ ਪ੍ਰੂਫ ਕਰਤੀ, ਇਟ ਮੀਨਸ ਕਿ ਉਹਦੇ ਐਂਗਲ ਵੀ ਐਟੋਮੈਟਿਕਲੀ ਇਕੁਅਲ ਹੋ ਜਾਣਗੇ ਸਿਮਿਲੈਰਿਟੀ ਦੇ ਅਕੋਰਡਿੰਗ। ਠੀਕ ਹੈ, ਹੁਣ ਇੱਕ ਸਮ ਹੈਗਾ ਸੀ ਜੇ ਇੱਕ ਸਮ ਹੈ, ਕਹਿੰਦਾ ਆਲ ਡੈਸ਼ ਟ੍ਰਾਇੰਗਲਸ ਆਰ ਸਿਮਿਲਰ। ਕਿਹੜੀਆਂ ਟ੍ਰਾਇੰਗਲ ਸਿਮਿਲਰ ਹੁੰਦੀਆਂ ਹੈ। ਠੀਕ ਹੈ, ਆਲ ਡੈਸ਼ ਟ੍ਰਾਇੰਗਲ। ਹੁਣ ਤੁਹਾਨੂੰ ਸਿਮਿਲੈਰਿਟੀ ਬਾਰੇ ਦੱਸਿਆ ਸੀ ਕਿ ਉਹ ਸਾਰੀਆਂ ਟ੍ਰਾਇੰਗਲ ਸਿਮਿਲਰ ਹੋਣਗੀਆਂ, ਉਹਦੇ ਐਂਗਲ ਵੀ ਇਕੁਅਲ ਹੋਣ। ਠੀਕ ਹੈ, ਅਤੇ ਉਹਨੇ ਕੋਰਸਪੋਂਡਿੰਗ ਸਾਈਡਾਂ ਦੀ ਰੇਸ਼ੋ ਵੀ ਸੇਮ ਹੋਵੇ। ਹੁਣ ਐਂਗਲ ਮੈਂ ਤੁਹਾਨੂੰ ਜਦੋਂ ਟ੍ਰਾਇੰਗਲ ਦਾ ਟੋਪਿਕ ਕਰਾਇਆ ਸੀ, ਜਦੋਂ ਦੇਖੋ ਸਡਨਲੀ ਵੀਡੀਓ ਪੋਜ ਹੋ ਗਈ ਸੀ, ਪਤਾ ਨਹੀਂ ਲੱਗਿਆ। ਹੁਣ ਦੁਬਾਰਾ ਆਪਾਂ ਕਰਦੇ ਹਾਂ। ਕੀ ਕਹਿੰਦਾ ਆਲ ਡੈਸ਼ ਟ੍ਰਾਇੰਗਲਸ ਆਰ ਸਿਮਿਲਰ, ਕਿਹੜੀਆਂ ਟ੍ਰਾਇੰਗਲ ਸਿਮਿਲਰ ਹੋਣਗੀਆਂ। ਠੀਕ ਹੈ, ਦੋ ਟ੍ਰਾਇੰਗਲਸ ਆਪਾਂ ਬਣਾਉਣੇ ਆ। ठीक है, दो ट्रायंगल बन गया। देखो ये ट्रायंगल है ए बी सी, पी क्यू ते आर, दो ट्रायंगल बन गए। ठीक है, तुहानूं मैं दस्सिया सी हुण इहदे की है सिमिलर ट्रायंगल कदों होणगे, जदों उहदे कोरसपोंडिंग साइड की होणगियां कोरसपोंडिंग एंगल इक्वल। इट मीनस कि एंगल ए इक्वल एंगल बी। ठीक है, एंगल बी इक्वल एंगल सी। ओके, एंगल बी इक्वल एंगल क्यू। ठीक है, एंगल सी इक्वल एंगल आर। ठीक है, हुण देखो आ सारे एंगल की हो गए इक्वल हो गए, कोरसपोंडिंग एंगल इनके इक्वल हो गए। ठीक है, तो जो आप ट्रायंगल वाला बेसिक प्रपोर्शन बेसिक आप तुहानूं मैं कराया सी, उहदे दस्सिया सी ना तुहानूं कि एक ट्रायंगल जेकर तीनों ही एंगल इक्वल होण। ठीक है, एक ट्रायंगल के जेकर तीनों ही एंगल इक्वल होण, इट मीनस वो किहड़ी ट्रायंगल होंदी, इक्विलेटर ट्रायंगल। ठीक है, तो कहने का मतलब उन्हें यही पूछा कि आल डैश ट्रायंगल आर सिमिलर, आल इक्विलेटर ट्रायंगल्स आर सिमिलर। जेकर
ਆਰ ਟ੍ਰਾਇੰਗਲ ਏ ਬੀ ਸੀ, ਠੀਕ ਹੈ, ਐਂਗਲ ਏ ਬੀ ਸੀ ਇਕੁਈਲੇਟਰ ਹੈਗੀ ਟ੍ਰਾਇੰਗਲ ਪੀ ਕਿਊ ਆਰ ਦੇ, ਦੈਨ ਕੀ ਦੋਨੋਂ ਟ੍ਰਾਇੰਗਲਸ ਕੀ ਹੋਣਗੀਆਂ, ਸਿਮਿਲਰ ਹੋ ਜਾਣਗੀਆਂ ਬਾਏ, ਜੇਕਰ ਆਪਾਂ ਜੀ ਗੱਲ ਕਰੀਏ ਬਾਏ ਏ ਸਿਮਿਲੈਰਿਟੀ, ਏ ਸਿਮਿਲੈਰਿਟੀ ਦੇ ਅਕੋਰਡਿੰਗ ਇਹ ਦੋਨੋਂ ਟ੍ਰਾਇੰਗਲ ਕੀ ਹੋਣਗੀਆਂ, ਸਿਮਿਲਰ ਹੋ ਜਾਣਗੀਆਂ, ਠੀਕ ਹੈ। ਆਲ ਡੈਸ਼ ਟ੍ਰਾਇੰਗਲਸ ਆਰ ਸਿਮਿਲਰ, ਕਿਹੜੀਆਂ ਇਕੁਈਲੇਟਰ ਟ੍ਰਾਇੰਗਲਸ ਹੋਣਗੀਆਂ ਉਹ ਕੀ ਹੋਣਗੀਆਂ, ਸਿਮਿਲਰ ਹੋਣਗੀਆਂ, ਠੀਕ ਹੈ। ਲੱਗ ਗਈ ਸਮਝ। ਹੋਪ ਕਰਦੇ ਹਾਂ ਤੁਹਾਨੂੰ ਅੱਜ ਦਾ ਲੈਕਚਰ ਵਧੀਆ ਲੱਗਿਆ ਹੋਵੇਗਾ, ਠੀਕ ਹੈ। ਤੁਸੀਂ ਇਸ ਦੇ ਅਕੋਰਡਿੰਗ ਆਪਣਾ ਨੋਟਸ ਪ੍ਰਪੇਅਰ ਕਰ ਸਕਦੇ ਹੋ, ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਇਆ ਗਿਆ ਹੈ, ਠੀਕ ਹੈ। ਜੇਕਰ ਕਿਸੇ ਨੂੰ ਨਹੀਂ ਸਮਝ ਆਈ ਤਾਂ ਗਰੁੱਪ ਦੇ ਵਿੱਚ ਮੈਸੇਜ ਕਰ ਦੇਣਾ, ਠੀਕ ਹੈ, ਜਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਇਹਦਾ ਮੈਸੇਜ ਦੇ ਕੇ ਇਸ ਬਾਰੇ ਜਿੱਥੋਂ ਵੀ ਜਿਸ ਪੁਆਇੰਟ ਦੀ ਨਹੀਂ ਸਮਝ ਲੱਗੀ ਤੁਸੀਂ ਪੁੱਛ ਸਕਦੇ ਹੋ, ਠੀਕ ਹੈ। ਸੋ ਥੈਂਕ ਯੂ ਦੋਸਤੋ ਵਾਚਿੰਗ ਦਾ ਵੀਡੀਓ। ਸੋ ਜਿਸ ਵੀ ਦੋਸਤ ਨੇ ਸਾਡਾ ਚੈਨਲ ਹਲੇ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ, ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਟਾਈਮ ਸਿਰ ਮਿਲ ਸਕਣ, ਔਰ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ, ਠੀਕ ਹੈ। ਬੈਲ ਆਈਕਨ ਨੂੰ ਪ੍ਰੈਸ ਕਰੋਗੇ ਤਾਂ ਹੀ ਤੁਹਾਨੂੰ ਨੋਟੀਫਿਕੇਸ਼ਨ ਮਿਲੇਗਾ, ਓਕੇ। ਸਾਡੇ ਚੈਨਲ ਦਾ ਨਾਮ ਹੈ ਕੀ ਪੁਆਇੰਟ 05, ਠੀਕ ਹੈ, ਲੱਗ ਗਈ ਸਮਝ। ਔਰ ਜਿਸ ਵੀ ਦੋਸਤ ਨੇ ਸਾਡੇ ਵਟਸਐਪ ਗਰੁੱਪ ਦੇ ਵਿੱਚ ਐਡ ਨਹੀਂ ਹਨ, ਉਹ ਮੈਨੂੰ 9530806705 'ਤੇ ਮੈਸੇਜ ਕਰ ਦੇਣ, ਉਹ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਦਿੱਤਾ ਜਾਵੇਗਾ। ਤਾਂ ਉਹ ਇਹ ਸਭ ਜੋ ਵੀ ਤੁਹਾਨੂੰ ਜਿੰਨੇ ਵੀ ਲੈਕਚਰ ਵੀਡੀਓ ਲਗਾਏ ਜਾਂਦੇ ਆ ਉਸ ਦੀ PDF ਤੁਹਾਨੂੰ ਗਰੁੱਪ ਦੇ ਵਿੱਚ ਮਿਲ ਜਾ ਕਰੇਗੀ। ਸੋ ਥੈਂਕ ਯੂ ਦੋਸਤੋ, ਅੱਜ ਦੇ ਲਈ ਇੰਨਾ ਹੀ। ਕੱਲ੍ਹ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ। ਥੈਂਕ ਯੂ।